स्टूडेंट्स अपना नेक्स्ट क्वेश्चन शुरू कर जा रहे हैं 28। मैं थोड़े ਜਿਹੇ क्वेश्चंस फास्ट ही पढ़ूंगा ਜਿਹੜੀਆਂ ਆਪਾਂ ਨੇ ਪ੍ਰੋਬਲਮਸ ਪਹਿਲਾਂ ਡਿਸਕਸ ਕਰ ਚੁੱਕੇ ਆਲਰੇਡੀ ਉਹੀ ਦੁਬਾਰਾ ਰਿਪੀਟ ਹੋ ਰਹੀਆਂ ਨੇ ਤਕਰੀਬਨ। ਜੇ ਕੋਈ ਨਵੀਂ ਐਡਜਸਟਮੈਂਟ ਆਈ ਤਾਂ ਬਹੁਤ ਧਿਆਨ ਨਾਲ ਉਹਨੂੰ ਆਪਾਂ ਕਰਾਂਗੇ, ਬਟ ਮੈਨੂੰ ਲੱਗਦਾ ਕਿ ਅਗਲੇ ਕੁਐਸਚਨਸ ਦੇ ਵਿੱਚ ਜ਼ਿਆਦਾ ਟਰਬਲ ਨਹੀਂ ਹੈਗੀ। ਜੋ ਆਪਾਂ ਪਿੱਛੇ ਕੁਐਸਚਨਸ ਨੂੰ ਅਟੈਂਪਟ ਕਰ ਚੁੱਕੇ ਹਾਂ ਉਸੇ ਤਰ੍ਹਾਂ ਦੀਆਂ ਪ੍ਰੋਬਲਮਸ ਨੇ। ਤਾਂ ਮੈਂ ਆਪਣਾ 28th ਕੁਐਸਚਨ ਜਿਹੜਾ ਹੈਗਾ ਨਾਨ ਟ੍ਰੇਡਿੰਗ ਦਾ ਸ਼ੁਰੂ ਕਰਨ ਜਾ ਰਿਹਾ ਹਾਂ। The following is the receipt and payment account of social club in respect of the year ended 31st March 2021। ਤਾਂ ਉसी ਤਰੀਕੇ ਨਾਲ ਜਿਵੇਂ ਹਰ ਕੁਐਸਚਨ ਦੇ ਵਿੱਚ ਰਿਸੀਪਟ ਐਂਡ ਪੇਮੈਂਟ ਦਿੱਤਾ ਹੋਇਆ ਸਟੂਡੈਂਟਸ, ਉसी ਤਰੀਕੇ ਨਾਲ ਰਿਸੀਪਟ ਐਂਡ ਪੇਮੈਂਟ ਦਿੱਤਾ ਹੋਇਆ, ਨੀਚੇ ਐਡਜਸਟਮੈਂਟਾਂ ਦਿੱਤੀਆਂ ਹੋਈਆਂ ਨੇ ਤੇ ਉਹੀ 1 ਬਾਈ 1 ਆਪਾਂ ਰਿਸੀਪਟ ਸਾਈਡ ਤੋਂ ਇੱਕ ਇੱਕ ਚੀਜ਼ ਚੱਕਣੀ ਹੈ ਤੇ ਉਹਦੀ ਐਡਜਸਟਮੈਂਟ ਨੀਚੇ ਪੜੀ ਜਾਣੀ ਹੈ, ਐਡਜਸਟਮੈਂਟਾਂ ਕਰੀ ਜਾਣੀਆਂ ਨੇ। ਸਭ ਤੋਂ ਪਹਿਲਾਂ ਜੋ ਆਪਾਂ ਸਟੈਪ ਬਣਾਉਂਦੇ ਆ ਇਨਕਮ ਐਂਡ ਐਕਸਪੈਂਡੀਚਰ ਅਸੀਂ ਪ੍ਰਪੇਅਰ ਕਰਾਂਗੇ। ਇਨਕਮ ਐਂਡ ਐਕਸਪੈਂਡੀਚਰ ਨੂੰ ਪ੍ਰਪੇਅਰ ਕੀਤਾ, ਉਸ ਤੋਂ ਬਾਅਦ ਸਟੂਡੈਂਟਸ ਅਸੀਂ ਬੈਲੈਂਸ ਸ਼ੀਟ ਪ੍ਰਪੇਅਰ ਕੀਤੀ, ਬੈਲੈਂਸ ਸ਼ੀਟ ਤੇ ਗਏ, ਬੈਲੈਂਸ ਸ਼ੀਟ ਪ੍ਰਪੇਅਰ ਹੋ ਗਈ ਸ਼ੁਰੂ ਦੀ। ਉਸ ਤੋਂ ਬਾਅਦ ਇਨ ਦੀ ਸੇਮ ਵੇ ਐਂਡ ਦੀ ਬੈਲੈਂਸ ਸ਼ੀਟ ਅਸੀਂ ਪ੍ਰਪੇਅਰ ਕੀਤੀ। ਜੋ ਅਸੀਂ ਬਾਕੀ ਕੁਐਸਚਨਾਂ ਜਿਵੇਂ ਸਟੈਪ ਚੱਲਦੇ ਆ ਉਵੇਂ ਹੀ ਅਸੀਂ ਨਾਨ ਟ੍ਰੇਡਿੰਗ ਨੂੰ ਜਿਵੇਂ ਤੁਹਾਨੂੰ ਮੈਂ ਸਟ੍ਰੈਟਜੀ ਦੱਸੀ ਹੋਈ ਆ ਉਸੇ ਤਰੀਕੇ ਦੇ ਨਾਲ ਆਪਾਂ ਨਾਨ ਟ੍ਰੇਡਿੰਗ ਦੀ ਜਿਹੜੀ ਹੈਗੀ ਹੈ ਕੁਐਸਚਨ ਨੂੰ ਅਟੈਂਪਟ ਕਰਨਾ। ਉਸ ਤੋਂ ਬਾਅਦ ਸਟੂਡੈਂਟਸ ਨੈਕਸਟ ਆਪਾਂ ਰਿਸੀਪਟ ਸਾਈਡ ਦੀ ਮੈਂ ਸਟਾਰਟਿੰਗ ਸਾਈਡ ਪੜ੍ਹਨ ਲੱਗਿਆ ਦੀ ਬੈਲੈਂਸ ਆਫ ਕੈਸ਼। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਿਸੀਪਟ ਐਂਡ ਪੇਮੈਂਟ ਦੇ ਵਿੱਚ ਸ਼ੁਰੂ ਦਾ ਕੈਸ਼ ਇਨ ਹੈਂਡ ਦਿੱਤਾ ਹੁੰਦਾ ਹੈ ਜਾਂ ਕੈਸ਼ ਐਟ ਬੈਂਕ ਮੈਂ ਤੁਹਾਨੂੰ ਦੱਸਿਆ ਸੀ। ਤਾਂ ਆਪਾਂ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ ਕੈਸ਼ ਇਨ ਹੈਂਡ ਪਾ ਲੈਣਾ 10,250। ਜਿਹੜਾ ਵੀ ਸ਼ੁਰੂ 'ਚ ਆਪਾਂ ਨੂੰ ਰਿਸੀਪਟ ਐਂਡ ਪੇਮੈਂਟ ਦੇ ਬੈਲੈਂਸ ਦਿੱਤਾ ਹੁੰਦਾ ਉਹ ਸ਼ੁਰੂ ਦਾ ਕੈਸ਼ ਹੁੰਦਾ। ਉਸ ਤੋਂ ਬਾਅਦ ਸਟੂਡੈਂਟ ਸਬਸਕ੍ਰਿਪਸ਼ਨ ਬਹੁਤ ਵਾਰ ਆਪਾਂ ਐਡਜਸਟਮੈਂਟ ਕਰ ਚੁੱਕੇ ਹਾਂ, ਪਿਛਲੇ ਕੁਐਸਚਨ ਦੇ ਵਿੱਚ ਵੀ ਆਪਾਂ ਐਡਜਸਟਮੈਂਟ ਕਰੀ ਸੀਗੀ ਤੇ ਆਪਾਂ ਇਹਨੂੰ ਕੁਐਸਚਨ ਨੂੰ ਪੜ੍ਹਦੇ ਹਾਂ ਹੁਣ। ਸਬਸਕ੍ਰਿਪਸ਼ਨ ਸਟੂਡੈਂਟ 2019 ਐਂਡ 20 यानी ਇਹਦਾ ਮਤਲਬ ਇਹ ਹੈ ਕਿ 450 ਸਾਨੂੰ ਪਿਛਲੇ ਸਾਲ ਦਾ ਮਿਲਿਆ ਇਸ ਸਾਲ ਤੇ ਇਸ ਸਾਲ ਦਾ ਸਾਨੂੰ ਮਿਲਿਆ 21,100 ਤੇ ਅਗਲੇ ਸਾਲ ਦਾ ਐਡਵਾਂਸ ਮਿਲ ਗਿਆ ਸਾਨੂੰ 750 ਰੁਪਏ। ਤੇ ਸਟੂਡੈਂਟਸ ਆਪਾਂ ਐਡਜਸਟਮੈਂਟ ਪੜ੍ਹਦੇ ਹਾਂ ਸਬਸਕ੍ਰਿਪਸ਼ਨ ਦੇ ਰਿਗਾਰਡਿੰਗ। ਸਟੂਡੈਂਟ ਸਬਸਕ੍ਰਿਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਐਡਜਸਟਮੈਂਟ ਦੇ ਵਿੱਚ ਕਿ 450 ਮੈਂਬਰ ਨੇ। ਪਹਿਲੀ ਐਡਜਸਟਮੈਂਟ ਦੇਖੋ देयर आर 450 ਮੈਂਬਰਸ ਈਚ ਪੇਇੰਗ 500। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਈ ਸੀ ਗੱਲ ਵੀ ਜਦੋਂ ਨੰਬਰ ਆਫ ਮੈਂਬਰਸ ਤੇ ਪਰ ਮੈਂਬਰ ਦੀ ਫੀਸ ਦਿੱਤੀ ਹੋਵੇ ਤਾਂ ਇਨਕਮ ਟੈਕਸ ਐਕਸਪੈਂਡੀਚਰ ਦੇ ਵਿੱਚ ਅਸੀਂ ਮਲਟੀਪਲਾਈ ਕਰਕੇ ਜਿੰਨੀ ਵੀ ਅਮਾਊਂਟ ਆਉਂਦੀ ਆ ਅਸੀਂ ਇਨਕਮ ਐਂਡ ਐਕਸਪੈਂਡੀਚਰ ਸਾਈਡ ਤੋਂ ਸ਼ੋਅ ਕਰ ਦੇਣੀ ਹੈ। ਇਹਦਾ ਮਤਲਬ ਆ ਉਸ ਸਾਲ ਦਾ ਸਾਡਾ ਸਬਸਕ੍ਰਿਪਸ਼ਨ ਇੰਨਾ ਡਿਊ ਆ। 450 ਮੈਂਬਰ ਨੇ, 50 ਰੁਪਏ ਇੱਕ ਮੈਂਬਰ ਦੀ ਫੀਸ ਆ ਤਾਂ ਇਹਦਾ ਮਤਲਬ 22,500 ਜਿਹੜਾ ਹੈਗਾ ਸਾਡਾ ਸਬਸਕ੍ਰਿਪਸ਼ਨ ਉਸ ਸਾਲ ਦਾ ਡਿਊ ਆ। ਹੁਣ 22,500 ਦੇ ਵਿੱਚੋਂ ਸਟੂਡੈਂਟ ਜੇ ਤੁਸੀਂ ਰਿਸੀਪਟ ਐਂਡ ਪੇਮੈਂਟ ਸਾਈਡ ਦੀ ਰਿਸੀਪਟ ਸਾਈਡ ਚੈੱਕ ਕਰੋ ਤਾਂ 22,500 ਚੋਂ 21,100 ਸਾਨੂੰ ਮਿਲਿਆ ਉਸ ਸਾਲ ਦਾ। ਉਸ ਸਾਲ ਦਾ 21,100 ਮਿਲਿਆ, ਇਹਦਾ ਮਤਲਬ 22,500 ਦੇ ਵਿੱਚੋਂ ਸਾਨੂੰ 21,100 ਮਿਲਿਆ, ਇਹਦਾ ਮਤਲਬ 14,000 ਹਲੇ ਵੀ ਡਿਊ ਪਿਆ। ਯਾਨੀ ਐਂਡ ਦੇ ਵਿੱਚ ਜਦੋਂ ਐਂਡ ਦੀ ਬੈਲੈਂਸ ਸ਼ੀਟ ਆਪਾਂ ਦੇਖਾਂਗੇ ਤਾਂ ਐਂਡ ਦੀ ਬੈਲੈਂਸ ਸ਼ੀਟ 'ਚ ਹਲੇ ਵੀ ਅਸੀਂ ਜਿਹੜਾ ਹੈਗਾ ਐਂਡ ਦਾ ਸਬਸਕ੍ਰਿਪਸ਼ਨ 1,400 ਰੁਪਇਆ ਲੈਣਾ ਤਾਂ ਅਸੀਂ 1,400 ਰੁਪਇਆ ਐਂਡ ਦੀ ਬੈਲੈਂਸ ਸ਼ੀਟ ਦੇ ਵਿੱਚ ਸਬਸਕ੍ਰਿਪਸ਼ਨ ਆਊਟਸਟੈਂਡਿੰਗ ਕਰਕੇ ਪਾ ਲਾਂਗੇ। ਸਬਸਕ੍ਰਿਪਸ਼ਨ ਆਊਟਸਟੈਂਡਿੰਗ ਜਿਵੇਂ ਕਿ ਆਪਾਂ ਅਗਲੇ ਕੁਐਸਚਨ 'ਚ ਕਰਕੇ ਹੀ ਆਏ ਹਾਂ ਕਿ ਸਾਡੀ ਐਸਟ ਹੁੰਦੀ ਹੈ। ਉਸ ਤੋਂ ਬਾਅਦ ਮੈਂ ਨੈਕਸਟ ਇੱਕ ਨੰਬਰ ਐਡਜਸਟਮੈਂਟ ਹੀ ਅੱਗੇ ਸਬਸਕ੍ਰਿਪਸ਼ਨ ਦੀ ਹੋਰ ਪੜ੍ਹ ਰਿਹਾ। ਕਹਿੰਦਾ 500 ਵਾਰ ਇਨ ਏਰੀਅਰ 2019-20 ਐਜ਼ ਔਨ 1/4/2020 1/4/2020 ਨੂੰ ਯਾਨੀ ਕਿ 31/3/2020 ਨੂੰ ਪਿਛਲੇ ਸਾਲ ਦਾ ਆਊਟਸਟੈਂਡਿੰਗ 500 ਰੁਪਇਆ ਸੀ। ਤਾਂ ਅਸੀਂ ਸਟੂਡੈਂਟ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ ਕਿਉਂਕਿ ਸ਼ੁਰੂ ਦਾ ਆਊਟਸਟੈਂਡਿੰਗ ਸੀਗਾ ਤਾਂ ਅਸੀਂ ਸਟੂਡੈਂਟ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ 500 ਰੁਪੀਜ਼ ਆਊਟਸਟੈਂਡਿੰਗ ਸ਼ੋਅ ਕਰ ਦੇਣੇ ਨੇ। ਉਸ ਤੋਂ ਬਾਅਦ ਇਹਨੂੰ ਹੁਣ ਆਪਾਂ ਸਟੂਡੈਂਟ ਚੈੱਕ ਕਰਨਾ ਇੱਕ ਐਡਜਸਟਮੈਂਟ ਹੁੰਦੀ ਹੈ। ਸ਼ੁਰੂ ਦੇ ਵਿੱਚ 500 ਰੁਪਇਆ ਸੀ, ਆਪਾਂ ਚੈੱਕ ਕਰਨਾ ਵੀ ਇਸ ਸਾਲ ਦੇ ਵਿੱਚ 500 ਦਾ 500 ਆ ਗਿਆ। ਜੇ ਬੈਲੈਂਸ ਸ਼ੀਟ ਦੀ ਰਿਸੀਪਟ ਸਾਈਡ ਚੈੱਕ ਕਰੋ ਤੁਸੀਂ ਤਾਂ 2019-20 ਦਾ 450 ਰੁਪਏ ਮਿਲੇ ਨੇ। ਅਸੀਂ ਸਟੂਡੈਂਟ 2019-20 ਦਾ ਲੈਣਾ ਕਿੰਨਾ ਸੀ? ਅਸੀਂ 2019-20 ਦਾ ਲੈਣਾ ਸੀਗਾ 500 ਰੁਪਈਆ, ਪਰ ਸਾਨੂੰ ਮਿਲ ਕਿੰਨਾ ਗਿਆ 450। ਇਹਦਾ ਮਤਲਬ ਐਂਡ ਦੇ ਉੱਤੇ ਹਲੇ ਵੀ ਸਾਡੇ 50 ਰੁਪਏ ਡਿਊ ਨੇ ਸ਼ੁਰੂ ਦੇ ਜਿਹੜੇ ਅਸੀਂ ਲੈਣੇ ਨੇ। ਤਾਂ ਅਸੀਂ ਐਂਡ ਦੀ ਬੈਲੈਂਸ ਸ਼ੀਟ ਦੇ ਵਿੱਚ ਸ਼ੁਰੂ ਦੇ ਆਊਟਸਟੈਂਡਿੰਗ ਕਿੰਨੇ ਪਏ ਨੇ ਉਹ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਸਾਡਾ ਜਿਹੜਾ ਹੈਗਾ ਇਹ 50 ਰੁਪਏ ਐਡ ਹੋ ਗਏ ਤਾਂ ਸਾਨੂੰ ਟੋਟਲ ਜਿਹੜਾ ਹੈਗਾ ਸਟੂਡੈਂਟਸ ਆਊਟਸਟੈਂਡਿੰਗ ਹੋ ਗਿਆ ਸਾਡਾ 1,450। ਇਸ ਤਰੀਕੇ ਨਾਲ ਜਿਹੜੀ ਐਡਜਸਟਮੈਂਟ ਆਪਾਂ ਕਰਨੀ ਹੈ ਅੱਗੇ ਵੀ ਆਪਾਂ ਐਡਜਸਟਮੈਂਟ ਇਹ ਕਰਕੇ ਆਏ ਹਾਂ। ਉਸ ਤੋਂ ਬਾਅਦ ਜਿਹੜੀ ਐਡਵਾਂਸ ਮਿਲ ਗਿਆ 750 ਦਾ ਸਟੂਡੈਂਟ ਜਿਹੜਾ ਐਡਵਾਂਸ ਮਿਲ ਗਿਆ ਉਹ ਐਂਡ ਦਾ ਐਡਵਾਂਸ ਮਿਲ ਗਿਆ। ਐਡਵਾਂਸ ਆਪਣੀ ਜਿਹੜੀ ਹੈਗੀ ਹੈ ਲਾਇਬਿਲਿਟੀ ਹੁੰਦੀ ਹੈ। ਜਦੋਂ ਵੀ ਆਪਾਂ ਕੋਈ ਇਨਕਮ ਐਡਵਾਂਸ ਲੈਂਦੇ ਆ ਤਾਂ ਉਹ ਸਾਡੀ ਲਾਇਬਿਲਿਟੀ ਹੁੰਦੀ ਹੈ, ਅਸੀਂ ਉਸ ਨੂੰ ਲਾਇਬਿਲਿਟੀ ਸਾਈਡ ਦੇ ਉੱਤੇ ਸ਼ੋਅ ਕਰ ਦੇਣਾ। ਤੇ ਮੈਨੂੰ ਉਮੀਦ ਆ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਪਿਛਲੇ ਕੁਐਸਚਨ ਦੇ ਵਿੱਚ ਵੀ ਆਪਾਂ ਐਡਜਸਟਮੈਂਟਾਂ ਕਰਕੇ ਆਏ ਹਾਂ। ਉਸ ਤੋਂ ਬਾਅਦ ਸਟੂਡੈਂਟਸ ਅੱਗੇ ਲਿਖਿਆ ਪ੍ਰੋਫਿਟ ਫਰੋਮ ਸਪੋਰਟਸ ਮੀਟ। ਸਿੰਪਲ ਕੋਈ ਐਡਜਸਟਮੈਂਟ ਨਹੀਂ ਹੈਗੀ, 15,500 ਦੀ ਅਮਾਊਂਟ ਦਿੱਤੀ ਹੋਈ ਹੈ, ਅਸੀਂ ਐਡ ਕਰ ਦਾਂਗੇ। ਉਸ ਤੋਂ ਬਾਅਦ ਉਹਨੇ ਇਨਕਮ
ऑन इन्वेस्टमेंट 10,000। इनकम ऑन इन्वेस्टमेंट के नीचे एडजस्टमेंट देखेंगे आप स्टूडेंट्स। इनकम ऑन इन्वेस्टमेंट के नीचे अपने कोल एडजस्टमेंट फर्स्ट नंबर नहीं है, थर्ड, सैकेंड, थर्ड, फोर्थ, फिफ्थ, सिक्स्थ एंड सैवंथ। उस तो बाद एट्थ स्टूडेंट देखो की लिखा हुआ ने 31/3/2021 इनकम एक्रूड ऑन इन्वेस्टमेंट परचेज ड्यूरिंग ईयर 375 रुपये। ये कहता 8 नंबर एडजस्टमेंट देखो स्टूडेंट ध्यान नाल 8 नंबर के कहता कि जी इंटरस्ट आ 375 रुपये सानू हले मिले नहीं। यदा मतलब सानू उस साल का 10,000 रुपया मिल गया पर 375 भी साड़ी उस साल की इनकम है जी मिली नहीं हैगी, सानू ऐड करनी पैनी है क्योंकि इनकम एंड एक्सपेंडिचर के चाहे कैश मिले चाहे नहीं मिले असी उन्होंने ऐड कर दें तो साड़ी टोटल इनकम जी है स्टूडेंट्स 10,375 रुपये होगी। और जो 375 रुपये साड़ी आउटस्टैंडिंग इनकम हाले ने असी नहीं लत्ती वो एंड की बैलेंस शीट के इंटरस्ट असी हाले लैना है, पैसे लैने ने। तो जी इनकम साड़ी एक्रूड खड़ी है जिमें आप सबसक्रिप्शन आउटस्टैंडिंग एसट साइड से पाया सी उवें जो साडा इंटरस्ट एक्रूड खड़ा सी वो एसट साइड से दिखा देना इंटरस्ट एक्रूड ऑन इन्वेस्टमेंट। तो मैनू उम्मीद है स्टूडेंट्स तुहानूं ये गल क्लीयर हो गई होनी है। तो रूल के मुताबिक हुण आपां पेमेंट साइड पर चलते हैं। पेमेंट साइड पर सब तो पहला सैलरी दी हुई है, आप नीचे एडजस्टमेंट देखेंगे कोई एडजस्टमेंट तो नहीं हैगी तो आप टू सैलरी 20,800 जी हैगी जो पेमेंट साइड दी हुई है वही पा देनी है। उस तो बाद स्टूडेंट दिता है स्टेशनरी की असीं एडजस्टमेंट देखेंगे। बिल्कुल स्टेशनरी का नीचे स्टॉक दिता है स्टूडेंट्स, जो भी स्टॉक दिता हो मैं तुहानूं शॉर्ट क्वेश्चन भी समझाया सी नाल दी नाल स्टॉक का अकाउंट क्रिएट कर लेना। तुसीं अकाउंट क्रिएट करके क्योंकि स्टेशनरी एसट आ साडा स्टेशनरी एसट आ तो स्टेशनरी का जो बैलेंस होगा वो साडा डेबिट बैलेंस होगा। स्टूडेंट जो डेबिट बैलेंस आ तो असीं डेबिट साइड पर पावांगे टू बैलेंस ब्रॉट डाउन 500। उस तो बाद एडजस्टमेंट ध्यान नाल देखो एंड का बैलेंस दिता होया वो बाई बैलेंस कैरी डाउन से पऊगा। एसट का जो एंड का बैलेंस होंदा वो क्रेडिट साइड पर पाने असीं तो बाई बैलेंस कैरी डाउन हो गया। उस तो बाद स्टूडेंट्स इत्थे आपां देखेंगे रिसीप्ट एंड पेमेंट साइड पर कहता साल के दौरान असी पेमेंट करती स्टेशनरी 4,000 की। जे 4,000 की पेमेंट करती तो टू वाली साइड पऊगी क्योंकि स्टॉक अपने को आ गया नवा 4,000 रुपये आपने कैश परचेज कर ली। मतलब ये हो गया 4,000 की असी कैश परचेज कर ली, मतलब 4,000 का समान आया 4,000 इसी पेमेंट करती। तो स्टूडेंट असी चैक करना देखो यदा आप टोटल लगावांगे डेबिट साइड का टोटल आ गया 4,500। ये सामने बिल्कुल टोटल लगाया तो 4,500 चो जो 900 माइनस किए तो साढ़े कोल 3,600 इस साल असी इन्नी कंज्यूम कर ली स्टेशनरी। कंज्यूम का मतलब ये बैलेंसिंग फिगर है, यदा मतलब स्टूडेंट्स ये है कि इस साल असी ये जी हैगी यूज़ की है, मतलब साडा स्टेशनरी का इन्ना एक्सपेंडिचर होया यूज़ की असी स्टेशनरी का साडा इन्ना एक्सपेंडिचर होया और ये स्टेशनरी नूं असी स्टूडेंट्स बैलेंस सॉरी इनकम एंड एक्सपेंडिचर साइड के उत्ते जिहड़ा 3,600 आया वो आपां इत्थे एक्सपेंडिचर साइड के उत्ते शो कर देना दिखा देना। मैनूं उम्मीद है स्टूडेंट्स तुहानूं क्लीयर हो गई होनी है। अगे भी आप एडजस्टमेंट जी है करके आए, कोई नवी एडजस्टमेंट नहीं हैगी। उस तो बाद अपने को नैक्सट आ रहा स्टूडेंट्स रेट्स। इन्हें रेट्स दत्ते हुए ने आपां नूं रेट्स कहना 6,000 ने। आपां रेट्स के रिगार्डिंग नीचे एडजस्टमेंट पढ़िए। रेट्स के रिगार्डिंग बिल्कुल नीचे जे आप देखिए तो 2 नंबर एडजस्टमेंट देखो रेट्स प्रीपेड अप टू 30 जून एंड रेट्स पेड एवरी ईयर 6,000। कहता असी 6,000 एवरी ईयर जोड़ा है जून के विच पे करते हैं स्टूडेंट्स। हुण जून के विच पे करते हैं असी तो 6,000 रुपया अगले जून तक का, सपोज अगले जून तक का पे करते हैं स्टूडेंट्स। यदा मतलब की है कि जे असी जून च पे किते सपोज कर लो तो साढ़े अप्रैल मई जून निकल गए, सॉरी अप्रैल मई जून 30 जून नूं पे किते ने। 30 जून नूं जे असी पे कर रहे हैं तो 3 महीने जिहड़े ने वो साढ़े ऑलरेडी जिहड़े ने निकल चुके ने। असी जिहड़े 6,000 रुपया रेट पे किया वो 1 जुलाई नूं पे किया। 1 जुलाई नूं जदों असी पे करांगे तो अगली 30 जून तक का पे किया स्टूडेंट्स। तो 31 मार्च नूं 3 महीने का प्रीपेड हो गया साडा। 3 महीने का प्रीपेड हो गया तो जिहड़ा 3 महीने का प्रीपेड एंड का हो गया स्टूडेंट्स वो अगले साल नूं बिलोंग करदा। 6,000 का जे असी 3 महीने नाल गुणा करिए 6,000 इंटू 6,000 इंटू 3/12 तो साडा है 1,500 आंदा।
ਤਾਂ 1500 ਜਿਹੜਾ ਹੈਗਾ ਸਾਡਾ ਐਂਡ ਦਾ ਆਊਟਸਟੈਂਡਿੰਗ ਆ, ਸੌਰੀ ਪ੍ਰੀਪੇਡ ਆ, ਔਰ ਜਿਹੜਾ ਐਂਡ ਦਾ ਪ੍ਰੀਪੇਡ ਹੁੰਦਾ ਸਟੂਡੈਂਟਸ ਅਸੀਂ ਲੈਸ ਕਰਦੇ ਹਾਂ। ਇਨ ਦਾ ਸੇਮ ਵੇ ਹੁਣ ਇਹ ਕਹਿੰਦਾ ਹਰ ਸਾਲ ਐਵੇਂ ਹੀ ਪੇ ਕਰਦਾ, ਇਹਦਾ ਮਤਲਬ ਪ੍ਰੀਪੇਡ ਪਿਛਲੇ ਸਾਲ ਦੇ ਵਿੱਚ ਅਸੀਂ ਜਿਹੜੀ ਫਿਗਰ ਲੈਸ ਕੀਤੀ ਹੋਈ ਆ ਅਗਲੇ ਸਾਲ ਨੂੰ ਬਿਲੋਂਗ ਕਰਦੀ ਆ, ਉਹ ਇਸ ਸਾਲ ਜਾ ਕੇ ਐਡ ਹੋ ਜੂਗੀ। ਮਤਲਬ ਸ਼ੁਰੂ ਦਾ ਪ੍ਰੀਪੇਡ ਆ ਗਿਆ ਤਾਂ 1500 ਰੁਪਇਆ ਅਸੀਂ ਐਡ ਕਰ ਦੇਣਾ ਸਟੂਡੈਂਟਸ। ਇਸ ਤਰੀਕੇ ਨਾਲ ਜਿਹੜੇ ਸਾਡਾ ਰੇਟਸ ਆ ਉਹ 6000 ਅਸੀਂ ਬਾਹਰ ਕੱਢ ਦਾਂਗੇ। 1500 ਰੁਪਇਆ ਸਾਡਾ ਸ਼ੁਰੂ ਦਾ ਪ੍ਰੀਪੇਡ ਹੋ ਗਿਆ, 1500 ਰੁਪਇਆ ਐਂਡ ਦਾ ਪ੍ਰੀਪੇਡ ਹੋ ਗਿਆ। ਮੈਂ ਦੁਬਾਰਾ ਇੱਕ ਵਾਰ ਇਹਨੂੰ ਐਡਜਸਟਮੈਂਟ ਨੂੰ ਸਮਝਾਣਾ। ਅਸੀਂ ਸਟੂਡੈਂਟਸ ਜਿਹੜੇ ਰੇਟਸ ਨੇ 1 ਜੁਲਾਈ ਨੂੰ ਪੇ ਕਰਦੇ ਆ ਅਗਲੀ 30 ਜੂਨ ਤੱਕ ਦੇ। ਹੁਣ ਜਦੋਂ ਕਿ ਅਸੀਂ ਬੈਲੈਂਸ ਸ਼ੀਟ ਜਾਂ ਇਨਕਮ ਐਂਡ ਐਕਸਪੈਂਡੀਚਰ 31 ਮਾਰਚ ਨੂੰ ਬਣਾ ਰਹੇ ਹਾਂ, ਮੰਨ ਲਓ ਅਸੀਂ ਜਿਹੜਾ ਹੈਗਾ 1 ਜੁਲਾਈ ਨੂੰ 6000 ਰੁਪਇਆ ਪੇ ਕੀਤਾ, ਪਰ 31 ਮਾਰਚ ਤੱਕ ਦਾ ਆਪਾਂ ਨੇ ਦੇਖਣਾ। ਪਹਿਲੀ ਵਾਰ ਦੇਖੋ, ਜੇ 31 ਮਾਰਚ ਤੱਕ ਦਾ ਦੇਖਣਾ, ਇਹਦਾ ਮਤਲਬ 6000 ਰੁਪਇਆ ਤਾਂ 30 ਜੂਨ ਤੱਕ ਦਾ, ਤਾਂ 3 ਮਹੀਨੇ ਜਿਹੜੇ ਨੇ ਉਹ ਅਗਲੇ ਸਾਲ ਨੂੰ ਬਿਲੋਂਗ ਕਰਦੇ ਨੇ, ਤਾਂ ਇਹਦਾ ਮਤਲਬ ਉਹ ਐਂਡ ਦਾ ਪ੍ਰੀਪੇਡ ਹੋ ਗਿਆ। ਪਰ ਕਿਉਂਕਿ ਇਹ ਹਰ ਸਾਲ ਹੁੰਦਾ, ਇਸ ਕਰਕੇ ਜਿਹੜਾ ਪਿਛਲੇ ਸਾਲ ਦਾ ਜਿਹੜਾ ਆਪਣੇ ਕੋਲ ਪਿਛਲੇ ਸਾਲ ਆਪਾਂ ਨੇ ਲੈਸ ਕਰਤਾ, ਉਹ ਇਸ ਸਾਲ ਦੇ ਵਿੱਚ ਆ ਕੇ ਐਡ ਹੋ ਗਿਆ। ਇਸ ਤਰੀਕੇ ਨਾਲ ਜਿਹੜੀ ਹੈਗੀ ਆਪਾਂ ਐਡਜਸਟਮੈਂਟ ਇਹਦੀ ਕਰਾਂਗੇ। ਉਸ ਤੋਂ ਬਾਅਦ ਸਟੂਡੈਂਟਸ ਆਪਾਂ ਜੇ ਨੈਕਸਟ ਦੇਖੀਏ, ਟੈਲੀਫੋਨ ਦਿੱਤਾ ਹੋਇਆ। ਜੇ ਟੈਲੀਫੋਨ ਦੀ ਮੈਂ ਗੱਲ ਕਰਾਂ, ਟੈਲੀਫੋਨ ਦੀ ਐਡਜਸਟਮੈਂਟ ਬਿਲਕੁਲ ਦਿੱਤੀ ਹੋਈ ਆ। 350 ਰੁਪਏ ਕਹਿੰਦਾ ਆਊਟਸਟੈਂਡਿੰਗ ਨੇ, ਆਪਾਂ ਐਂਡ ਦੇ ਆਊਟਸਟੈਂਡਿੰਗ ਐਡ ਕਰਦੇ ਹਾਂ, ਤਾਂ ਐਂਡ ਦੇ 350 ਰੁਪਏ ਅਸੀਂ ਆਊਟਸਟੈਂਡਿੰਗ ਐਡ ਕੀਤੇ। 1350 ਰੁਪਏ ਜਿਹੜਾ ਹੈਗਾ ਸਾਡਾ ਬਾਹਰ ਦਿਖਾ ਦਾਂਗੇ ਆਪਾਂ। ਤੇ ਇੱਕ ਪ੍ਰੀਪੇਡ ਦੀ ਐਡਜਸਟਮੈਂਟ ਵੀ ਆਪਾਂ ਕਰ ਦਈਏ। ਜਿਹੜਾ ਸ਼ੁਰੂ ਦਾ ਪ੍ਰੀਪੇਡ ਅਸੀਂ ਪਹਿਲਾਂ ਹੀ ਪੇ ਕਰਤਾ, ਪ੍ਰੀਪੇਡ ਪਹਿਲਾਂ ਹੀ ਪੇ ਕਰਤਾ ਸ਼ੁਰੂ ਦਾ, ਤਾਂ ਉਹ ਪ੍ਰੀਪੇਡ ਰੇਟ ਸ਼ੁਰੂ ਦੀ ਬੈਲੈਂਸ ਸ਼ੀਟ 'ਚ ਆ ਜਾਊਗਾ। ਜੇ ਕੋਈ ਵੀ ਪੇਮੈਂਟ ਆਪਾਂ ਪਹਿਲਾਂ ਹੀ ਪੇ ਕਰ ਦਿੰਦੇ ਆ, ਜੇ ਸਾਨੂੰ ਪਹਿਲਾਂ ਰਿਸੀਵ ਹੋਵੇ ਤਾਂ ਅਸੀਂ ਲਾਇਬਿਲਿਟੀ ਸਾਈਡ ਤੇ ਦਿਖਾਉਂਦੇ ਆ, ਜੇ ਅਸੀਂ ਪਹਿਲਾਂ ਪੇ ਕਰ ਦਈਏ ਤਾਂ ਅਸੀਂ ਐਸੈਟ ਸਾਈਡ ਤੇ ਦਿਖਾਉਂਦੇ ਆ। 1500 ਰੁਪਏ ਸ਼ੁਰੂ ਦੀ ਪ੍ਰੀਪੇਡ ਹੋ ਗਏ ਸਟੂਡੈਂਟਸ, ਤੇ 1500 ਰੁਪਏ ਐਂਡ ਦੇ ਪ੍ਰੀਪੇਡ ਹੋ ਗਏ, ਅਸੀਂ ਉਹ ਵੀ ਸ਼ੋਅ ਕਰਤੇ। ਉਸ ਤੋਂ ਬਾਅਦ ਮੈਂ ਟੈਲੀਫੋਨ ਲਗਾਇਆ 1000 ਰੁਪਏ, 350 ਰੁਪਏ ਹਲੇ ਵੀ ਦੇਣੇ ਨੇ। ਜਿਹੜੇ 350 ਰੁਪਏ ਅਸੀਂ ਹਲੇ ਵੀ ਦੇਣੇ ਨੇ, ਇਹ ਆਊਟਸਟੈਂਡਿੰਗ ਟੈਲੀਫੋਨ ਬਿੱਲ ਦੇ ਵਿੱਚ ਪੈ ਗਿਆ 350 ਰੁਪਏ, ਇਹ ਸਾਡੀ ਲਾਇਬਿਲਿਟੀ ਹੋ ਗਈ, ਤੇ ਇਸ ਨੂੰ ਅਸੀਂ ਜਿਹੜਾ ਹੈ ਲਾਇਬਿਲਿਟੀ ਸਾਈਡ ਦੇ ਉੱਤੇ ਸ਼ੋਅ ਕਰ ਦਾਂਗੇ। ਉਸ ਤੋਂ ਬਾਅਦ ਸਟੂਡੈਂਟਸ ਅੱਗੇ ਹੈਗੀ ਇਨਵੈਸਟਮੈਂਟ। ਇਨਵੈਸਟਮੈਂਟ ਸਾਡਾ ਬਿਲਕੁਲ ਐਸੈਟ ਆ, ਆਪਾਂ ਅਗਲੇ ਵੀ ਪਹਿਲਾਂ ਵੀ ਕੁਐਸਚਨਾਂ ਦੇ ਵਿੱਚ ਕੀਤਾ ਹੈ। ਅਸੀਂ ਜਿਹੜਾ ਇਨਵੈਸਟਮੈਂਟ ਆ 12500। ਇੱਕ ਐਡਜਸਟਮੈਂਟ ਦੇਖੋ ਸਟੂਡੈਂਟ 7 ਨੰਬਰ ਐਡਜਸਟਮੈਂਟ। ਸ਼ੁਰੂ ਦੇ ਵਿੱਚ ਕਹਿੰਦਾ ਸਾਡੇ ਕੋਲ 2 ਲੱਖ ਦੀ ਇਨਵੈਸਟਮੈਂਟ ਸੀ 31 ਮਾਰਚ 2020 ਨੂੰ, ਯਾਨੀ ਪਿਛਲੇ ਸਾਲ ਸਾਡੇ ਕੋਲ 2 ਲੱਖ ਦੀਆਂ ਇਨਵੈਸਟਮੈਂਟਾਂ ਸੀਗੀਆਂ, ਤਾਂ ਅਸੀਂ ਇਹ 2 ਲੱਖ ਦੀਆਂ ਇਨਵੈਸਟਮੈਂਟਾਂ ਨੂੰ ਬੈਲੈਂਸ ਸ਼ੀਟ ਸ਼ੁਰੂ ਦੀ ਬੈਲੈਂਸ ਸ਼ੀਟ 'ਚ ਪਾਵਾਂਗੇ। ਤੇ 12500 ਰੁਪਏ, ਉਹ 2 ਲੱਖ ਦੀਆਂ ਇਨਵੈਸਟਮੈਂਟ ਅਸੀਂ ਵੇਚੀਆਂ ਤਾਂ ਹੈ ਨਹੀਂ, ਉਵੇਂ ਹੀ ਪਈਆਂ ਨੇ, ਤੇ ਸਾਲ ਦੇ ਦੌਰਾਨ ਅਸੀਂ 12500 ਦੀਆਂ ਇਨਵੈਸਟਮੈਂਟਾਂ ਹੋਰ ਖਰੀਦ ਲਈਆਂ। ਇਹਦਾ ਮਤਲਬ ਸਾਡੇ ਕੋਲ ਹੁਣ ਟੋਟਲ ਇਨਵੈਸਟਮੈਂਟ ਕਿੰਨੀ ਹੋ ਗਈ? 2,12,500 ਰੁਪਏ। ਉਸ ਤੋਂ ਬਾਅਦ ਸਟੂਡੈਂਟ ਸੰਡਰੀ ਐਕਸਪੈਂਸਿਸ ਦਿੱਤੇ ਹੋਏ ਨੇ। ਸੰਡਰੀ ਐਕਸਪੈਂਸਿਸ ਸਾਡੇ ਖਰਚੇ ਨੇ, ਤੇ ਅਸੀਂ 9250 ਰੁਪਏ ਸੰਡਰੀ ਐਕਸਪੈਂਸਿਸ ਪਾਵਾਂਗੇ। ਇਹਦੀ ਐਡਜਸਟਮੈਂਟ ਦੇਖੀਏ ਜੀ ਅਸੀਂ, ਤਾਂ 4 ਨੰਬਰ ਐਡਜਸਟਮੈਂਟ ਸਟੂਡੈਂਟ ਦਿੱਤੀ ਹੋਈ ਆ ਕਿ ਹਲੇ ਵੀ 700 ਰੁਪਏ ਅਸੀਂ ਦੇਣਾ ਹੈ। 700 ਰੁਪਈਆ ਆਊਟਸਟੈਂਡਿੰਗ ਐਕਸਪੈਂਸਿਸ ਔਨ 31 ਦਿਨ 2020, ਸ਼ੁਰੂ ਦਾ ਆਊਟਸਟੈਂਡਿੰਗ ਸਟੂਡੈਂਟ, ਸ਼ੁਰੂ ਦਾ ਆਊਟਸਟੈਂਡਿੰਗ ਹੈ ਜਿਹੜਾ, ਉਹ ਅਸੀਂ ਲੈਸ ਕਰਾਂਗੇ, ਕਿਉਂਕਿ ਉਹ ਪਿਛਲੇ ਸਾਲ ਨੂੰ ਬਿਲੋਂਗ ਕਰਦਾ, ਪਰ ਪੇ ਅਸੀਂ ਇਸ ਸਾਲ ਕਰਤਾ ਹੋਣਾ, ਇਹ ਮੰਨ ਕੇ ਚੱਲੇ ਹਾਂ। ਸ਼ੁਰੂ ਦਾ ਆਊਟਸਟੈਂਡਿੰਗ ਅਸੀਂ ਲੈਸ ਕਰਦੇ ਹਾਂ, ਇਸੇ ਕਰਕੇ ਅਸੀਂ 700 ਰੁਪਏ ਲੈਸ ਕਰਾਂਗੇ। ਔਰ ਲੈਸ ਕਰਨ ਤੋਂ ਬਾਅਦ ਸਟੂਡੈਂਟਸ ਅਸੀਂ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ, ਕਿਉਂਕਿ ਸ਼ੁਰੂ ਦੇ ਨੇ, ਤਾਂ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ 700 ਜਿਹੜਾ ਹੈਗਾ ਲਾਇਬਿਲਿਟੀ ਸਾਈਡ ਤੇ ਸ਼ੋਅ ਕਰਾਂਗੇ, ਕਿਉਂਕਿ ਅਸੀਂ ਸ਼ੁਰੂ ਦੇ ਐਕਸਪੈਂਸਿਸ ਦੇਣੇ ਨੇ। ਉਸ ਤੋਂ ਬਾਅਦ ਸਟੂਡੈਂਟ ਸਾਡੇ ਕੋਲ ਬੈਲੈਂਸ ਐਂਡ ਦਾ ਕੈਸ਼ ਦਿੱਤਾ ਹੋਇਆ 4500 ਰੁਪਈਆ, ਤੇ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਐਂਡ ਦੇ ਵਿੱਚ ਕੈਸ਼ ਇਨ ਹੈਂਡ ਪਾ ਦਾਂਗੇ 4500। 4500 ਸਾਡੇ ਕੋਲ ਐਂਡ ਦੀ ਬੈਲੈਂਸ ਸ਼ੀਟ ਦੇ ਵਿੱਚ ਕੈਸ਼ ਇਨ ਹੈਂਡ ਸ਼ੋਅ ਹੋ ਗਿਆ। ਇਹ ਸਾਡਾ ਰਿਸੀਵਡ ਐਂਡ ਪੇਮੈਂਟ ਸਟੂਡੈਂਟਸ ਖਤਮ ਹੋ ਗਿਆ। ਤੇ ਇਹਦੇ ਵਿੱਚ ਕੁਝ ਚੀਜ਼ਾਂ ਰਹਿ ਗਈਆਂ, ਜਿਵੇਂ ਕਿ ਸਟਾਕ ਸੀਗਾ ਸ਼ੁਰੂ ਦਾ ਸਟਾਕ ਸ਼ੁਰੂ ਦੀ ਬੈਲੈਂਸ ਸ਼ੀਟ 'ਚ ਪੈ ਗਿਆ 500। ਐਂਡ ਦਾ ਸਟੇਸ਼ਨਰੀ ਦਾ ਸਟਾਕ ਐਂਡ ਦੀ ਬੈਲੈਂਸ ਸ਼ੀਟ 'ਚ ਪੈ ਗਿਆ। ਇਹ ਆਪਾਂ ਐਡਜਸਟਮੈਂਟ ਆਲਰੇਡੀ ਕਰ ਚੁੱਕੇ ਹਾਂ। ਉਸ ਤੋਂ ਬਾਅਦ ਹੁਣ ਮੈਂ ਇੱਕ ਵਾਰ ਐਡਜਸਟਮੈਂਟਾਂ ਪੜੂੰਗਾ ਤਾਂ ਕਿ ਕੋਈ ਐਡਜਸਟਮੈਂਟ ਮਿਸ ਤਾਂ ਨਹੀਂ ਹੋਗੀ, ਆਪਾਂ ਚੈੱਕ ਕਰਾਂਗੇ। ਪਹਿਲੀ ਐਡਜਸਟਮੈਂਟ ਦੇ ਵਿੱਚ ਅਸੀਂ 450 ਮੈਂਬਰ ਸਬਸਕ੍ਰਿਪਸ਼ਨ ਦੀ ਐਡਜਸਟਮੈਂਟ ਅਸੀਂ ਕਰ ਲਈ, ਦੂਸਰੀ 'ਚ ਰੇਟਸ ਦੀ ਐਡਜਸਟਮੈਂਟ ਅਸੀਂ ਕਰ ਲਈ, ਤੀਜੀ 'ਚ ਟੈਲੀਫੋਨ ਦੀ ਐਡਜਸਟਮੈਂਟ ਕਰ ਲਈ, ਚੌਥੀ ਸੰਡਰੀ ਐਕਸਪੈਂਸਿਸ ਦੀ ਕਰ ਲਈ, ਪੰਜਵੀਂ ਸਟਾਕ ਹਾਊਸ ਸਟੇਸ਼ਨਰੀ ਦੀ ਮੈਂ ਹੁਣੀ ਕਰਕੇ ਹਟਿਆ। ਉਸ ਤੋਂ ਬਾਅਦ 6ਵੀਂ ਸਟੂਡੈਂਟਸ ਬਿਲਡਿੰਗ ਦਿਖਾ ਰਿਹਾ, ਉਹ ਸ਼ੁਰੂ ਦੇ ਵਿੱਚ ਕਹਿੰਦਾ 1 ਲੱਖ ਰੁਪਏ ਦੀ ਬਿਲਡਿੰਗ ਸੀ, ਸ਼ੁਰੂ ਦੇ ਵਿੱਚ 1 ਲੱਖ ਰੁਪਏ ਦੀ ਬਿਲਡਿੰਗ ਸੀ, ਤਾਂ ਸ਼ੁਰੂ ਦੀ ਬੈਲੈਂਸ ਸ਼ੀਟ ਦੇ ਵਿੱਚ ਅਸੀਂ 1 ਲੱਖ ਰੁਪਏ ਐਸਟ ਦਿਖਾਵਾਂਗੇ। ਉਸ ਤੋਂ ਬਾਅਦ ਉਹ ਕਹਿੰਦਾ ਸਾਲ ਦੇ ਦੌਰਾਨ 5% ਉਹਦੇ ਤੇ ਡੈਪਰੀਸ਼ੀਏਸ਼ਨ ਲਗਾਇਆ, ਜੇ 5% ਡੈਪਰੀਸ਼ੀਏਸ਼ਨ ਲਗਾਇਆ ਤਾਂ ਮਤਲਬ ਐਂਡ ਦੀ ਬੈਲੈਂਸ ਸ਼ੀਟ ਦੇ ਵਿੱਚ ਅਸੀਂ 1 ਲੱਖ ਮਾਈਨਸ 1 ਲੱਖ ਦੇ ਉੱਤੇ 5% ਡੈਪਰੀਸ਼ੀਏਸ਼ਨ 5000 ਲੱਗ ਗਿਆ,
ਤਾਂ ਅਸੀਂ ਜਿਹੜਾ ਹੈਗਾ ਇਹਨੂੰ 95000 ਰੁਪਈਆ ਬਾਹਰ ਕੱਢਾਂਗੇ। 95000 ਰੁਪਏ ਦੀ ਸਾਡੀ ਬਿਲਡਿੰਗ ਐਂਡ 'ਚ ਰਹਿ ਗਈ। ਤੇ ਇਹ ਜਿਹੜਾ ਡੈਪਰੀਸ਼ੀਏਸ਼ਨ ਆ ਇਹ ਸਾਡਾ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਵੀ ਦਿਖਾਇਆ ਜਾਊਗਾ। ਉਸ ਤੋਂ ਬਾਅਦ ਸਟੂਡੈਂਟ ਇਨਵੈਸਟਮੈਂਟ ਦਿੱਤਾ ਹੋਇਆ, ਇੰਟਰਸਟ ਅਸੀਂ ਪਾ ਲਿਆ, ਅਕਰੂਡ ਕਰਤਾ, ਇਨਵੈਸਟਮੈਂਟ ਹੋਈ 2 ਲੱਖ ਦੀਆਂ ਸ਼ੁਰੂ 'ਚ ਦਿਖਾਤੀਆਂ ਤੇ ਐਂਡ ਦੇ ਵਿੱਚ ਵੀ 2 ਲੱਖ ਪਲੱਸ ਜਿੰਨੀਆਂ ਸਾਲ ਦੇ ਦੌਰਾਨ ਮੇਰੇ ਖਿਆਲ 12500 ਦੀਆਂ ਖਰੀਦੀਆਂ ਸੀ ਉਹ ਐਡ ਕਰ ਲਈਆਂ ਸੀ। ਤੇ ਸਟੂਡੈਂਟਸ ਆਪਣਾ ਜਿਹੜਾ ਕੁਐਸਚਨ ਆ ਉਹ ਬੁੱਕ ਤੋਂ ਖਤਮ ਆ। ਤੇ ਹੁਣ ਆਪਾਂ ਜਿਹੜਾ ਹੈ ਉਰੇ ਦੇਖਾਂਗੇ ਆਪਣਾ ਸਰਪਲਸ ਦੇਖਾਂਗੇ, ਚੈੱਕ ਕਰਾਂਗੇ। ਉਵੇਂ ਜਿਵੇਂ ਆਪਾਂ ਅੱਗੇ ਕਰਦੇ ਹਾਂ ਕ੍ਰੈਡਿਟ ਸਾਈਡ ਦਾ ਟੋਟਲ ਲਗਾਇਆ 48375 ਰੁਪਏ ਆ, ਬਿਲਕੁਲ ਇਹਦੇ ਸਾਹਮਣੇ ਉਨਾ ਹੀ ਟੋਟਲ ਲਗਾਵਾਂਗੇ। ਔਰ ਆਹ ਸਾਰੀਆਂ ਫਿਗਰਾਂ ਦੇ ਵਿੱਚੋਂ ਲੈਸ ਕਰੀਆਂ, ਜਿੰਨਾ ਬਚ ਗਿਆ ਸਟੂਡੈਂਟਸ 3075 ਰੁਪਏ ਬਚ ਗਿਆ, ਇਹ ਸਾਡਾ ਸਰਪਲਸ ਬਚ ਗਿਆ। ਇਸ ਨੂੰ ਅਸੀਂ ਸਰਪਲਸ ਦਾ ਨਾਮ ਦੇਵਾਂਗੇ। ਇਨ ਦੀ ਸੇਮ ਵੇ ਜਿਹੜੀ ਸ਼ੁਰੂ ਦੀ ਬੈਲੈਂਸ ਸ਼ੀਟ ਆ ਉਹ ਅਸੀਂ ਬਣਾਵਾਂਗੇ। ਸ਼ੁਰੂ ਦੀ ਬੈਲੈਂਸ ਸ਼ੀਟ ਦਾ ਸ਼ੁਰੂ ਦਾ ਟੋਟਲ ਲਗਾਇਆ, ਲਾਇਬਿਲਿਟੀਜ਼ ਅਮਾਊਂਟ ਐਸੈਟਸ ਅਮਾਊਂਟ ਜਿਹੜਾ ਹੈਗਾ ਬੈਲੈਂਸ ਸ਼ੀਟ ਬਣਾਈ ਹੋਈ ਆ, ਇਹਦੇ ਸਾਹਮਣੇ ਬਿਲਕੁਲ ਟੋਟਲ ਲਗਾਇਆ। ਇਹਦੇ ਵਿੱਚੋਂ 700 ਰੁਪਈਆ ਮਾਈਨਸ ਕਰਾਂਗੇ, ਜਿੰਨੀ ਫਿਗਰ ਆ ਗਈ ਸਟੂਡੈਂਟਸ ਕੈਪੀਟਲ ਫੰਡ ਜਿਹੜੀ ਹੈਗੀ ਆ ਸਾਡੀ ਬੈਲੈਂਸਿੰਗ ਫਿਗਰ ਆ, ਇਸ ਨੂੰ ਅਸੀਂ ਬੈਲੈਂਸਿੰਗ ਫਿਗਰ ਦੇ ਨਾਮ ਦੇ ਉੱਤੇ ਦਿਖਾ ਦਾਂਗੇ, ਬੈਲੈਂਸਿੰਗ ਫਿਗਰ। ਤੇ ਸਟੂਡੈਂਟਸ ਇਹ ਸਾਡੀ ਬੈਲੈਂਸਿੰਗ ਫਿਗਰ ਆ ਗਈ। ਉਸ ਤੋਂ ਬਾਅਦ ਐਂਡ ਦੀ ਬੈਲੈਂਸ ਸ਼ੀਟ ਦੇ ਵਿੱਚ ਸ਼ੁਰੂ 'ਚੋਂ ਆਪਾਂ ਕੈਪੀਟਲ ਫੰਡ ਚੱਕਦੇ ਹਾਂ ਸਟੂਡੈਂਟਸ। ਕੈਪੀਟਲ ਫੰਡ ਲਿਆ, ਜਿੰਨਾ ਸਰਪਲਸ ਆਇਆ ਐਡ ਕਰ ਲਿਆ, 3075 ਰੁਪਏ ਆਇਆ ਸੀ ਤੇ ਇਹਦਾ ਜਿੰਨਾ ਟੋਟਲ ਬਣਿਆ 3,15,125 ਰੁਪਏ ਅਸੀਂ ਲਿਖ ਲਿਆ ਸਟੂਡੈਂਟਸ। ਤੇ ਇਹ ਸਾਡੀ ਐਂਡ ਦੀ ਬੈਲੈਂਸ ਸ਼ੀਟ ਪ੍ਰਪੇਅਰ ਹੋ ਗਈ। ਐਂਡ ਦੀ ਬੈਲੈਂਸ ਸ਼ੀਟ ਦੇ ਵਿੱਚ ਅਸੀਂ ਦੋਨੇ ਸਾਈਡ ਦਾ ਜਦੋਂ ਟੋਟਲ ਲਗਾਵਾਂਗੇ ਸਟੂਡੈਂਟਸ, ਟੋਟਲ ਸਾਡਾ ਜਿਹੜਾ ਹੈਗਾ ਟੈਲੀ ਹੋ ਗਿਆ ਤੇ ਸਾਡਾ ਬਿਲਕੁਲ ਸਰਪਲਸ ਦੇ ਨਾਲ ਕੈਪੀਟਲ ਫੰਡ ਸਾਰਾ ਆਨਸਰ ਦੇ ਨਾਲ ਟੈਲੀ ਕਰਦਾ। ਇਸ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਕੁਐਸਚਨ ਨੰਬਰ 28 ਅਟੈਂਪਟ ਕਰਾਂਗੇ।